Realty Services। दर्शकों ब्रेक तो बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਹਮੇਸ਼ਾ ਤਰ੍ਹਾਂ ਜੋ ਰੂਹ ਦੀ ਖੁਰਾਕ ਹੈ ਗੁਰਬਾਣੀ ਵਿਚਾਰਾਂ ਤੋਂ ਨਾਲ ਡਿਸਕਸ ਕਰਦੇ ਹਾਂ। ਸੋ ਸੱਚੀਆਂ ਗੱਲਾਂ ਸੋ ਜੋ ਸਾਡੇ ਦਿਲ ਨੂੰ ਟੁੰਬਦੀਆਂ ਨੇ ਉਹ ਵੀ ਮੈਂ ਤੁਹਾਨੂੰ ਨਾਲ ਡਿਸਕਸ ਕਰਦੀ ਹਾਂ। ਸੋ ਇੱਕ ਛੋਟੀ ਜਿਹੀ ਮਿੰਨੀ ਜੀ ਕਹਾਣੀ ਹੈ ਤੋਂ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਇੱਕ ਵਾਰ ਇੱਕ ਸੂਫੀ ਫਕੀਰ ਆਪਣੇ ਇੱਕ ਮੁਰੀਦ ਨਾਲ ਕਿਸੇ ਚਿੱਕੜ ਭਰੇ ਰਸਤੇ ਤੇ ਤੁਰਦਾ ਜਾ ਰਿਹਾ ਸੀ। ਉਸੇ ਰਸਤੇ ਤੇ ਇੱਕ ਅਮੀਰਜ਼ਾਦਾ ਆਪਣੀ ਮਸ਼ੂਕਾ ਨਾਲ ਜਾ ਰਿਹਾ ਸੀ। ਜਦੋਂ ਫਕੀਰ ਉਸਦੇ ਕੋਲੋਂ ਹੋ ਕੇ ਲੰਘਣ ਲੱਗਾ ਤਾਂ ਉਸਦੇ ਪੈਰਾਂ ਨਾਲ ਉਛਲਦੇ ਛਿੱਟੇ ਮਸ਼ੂਕਾ ਦੇ ਕੱਪੜਿਆਂ ਤੇ ਪੈ ਗਏ। ਇਹ ਵੇਖਦਿਆਂ ਹੀ ਅਮੀਰਜ਼ਾਦੇ ਨੇ ਗੁੱਸੇ ਨਾਲ ਫਕੀਰ ਦੇ ਚਪੇੜ ਕੱਢ ਮਾਰੀ। ਫਕੀਰ ਚੁੱਪ ਕਰਕੇ ਅੱਗੇ ਲੰਘ ਗਿਆ। ਮੁਰੀਦ ਨੇ ਫਕੀਰ ਨੂੰ ਪੁੱਛਿਆ, ਉਸਨੇ ਤੁਹਾਨੂੰ ਐਵੇਂ ਹੀ ਚਪੇੜ ਕੱਢ ਮਾਰੀ ਹੈ, ਤੁਸੀਂ ਅੱਗਿਓਂ ਕਿਉਂ ਨਹੀਂ ਬੋਲੇ? ਉਸੇ ਵੇਲੇ ਪਿੱਛੇ ਆ ਰਹੇ ਅਮੀਰਜ਼ਾਦੇ ਦਾ ਪੈਰ ਤਿਲਕਿਆ ਅਤੇ ਉਹ ਪੂਰੇ ਦਾ ਪੂਰਾ ਚਿੱਕੜ ਵਿੱਚ ਡਿੱਗ ਪਿਆ। ਨਾਲ ਹੀ ਉਸ ਦੀ ਬਾਂਹ ਵੀ ਟੁੱਟ ਗਈ। ਸੂਫੀ ਫਕੀਰ ਨੇ ਰਮਜ਼ ਭਰੀਆਂ ਨਜ਼ਰਾਂ ਨਾਲ ਆਪਣੇ ਮੁਰੀਦ ਵੱਲ ਤੱਕਦਿਆਂ ਆਖਿਆ, ਜੇ ਉਹ ਉਸ ਔਰਤ ਦਾ ਯਾਰ ਹੈ ਤਾਂ ਉੱਪਰ ਮੇਰਾ ਯਾਰ ਵੀ ਬੈਠਾ ਵੇਖ ਰਿਹਾ ਸੀ। ਜੀ ਰਾਜ ਸਾਹਿਬ। देखो वैसे फकीर ने अपना अद्धा फर्ज निभाया। जे सचमुच दा वो फकीर हुंदा है ते वो पिछे मुड़ के जाके उस नूं चिक्कड़ चों डिगे नूं चुक के उस दा इलाज करदा। शायद कई बार मैनूं ये लाइनां हमेशा याद रहिंदियां ने। कल भी एक विचार दे दौरान डॉक्टर रंजीत सिंह कहण लगे कि जी इन्ने ਨਿੰਦਕ ਜਾਂ ਨਾ ਪੱਖੀ ਲੋਕ ਜਦੋਂ ਤੁਹਾਨੂੰ ਕੁਝ ਕਹਿੰਦੇ ਨੇ ਤੁਸੀਂ ਕਦੇ ਉਹਨਾਂ ਦੇ ਖਿਲਾਫ ਨਹੀਂ ਕਿਹਾ, ਜਾਂ ਜਦੋਂ ਤੁਹਾਨੂੰ ਕਦੇ ਮੌਕਾ ਵੀ ਬਣਿਆ ਤੁਸੀਂ ਉਹਨਾਂ ਦਾ ਭਲਾ ਹੀ ਕਰਨਾ ਚਾਹੇ। ਮੈਂ ਕਿਹਾ ਕਿ ਇਹ ਸਾਡੇ ਗੁਰੂ ਦੀ ਜਿਹੜੀ ਸਿੱਖਿਆ ਹੈ। ਔਰ ਮੈਂ ਇੱਕ ਬਚਪਨ ਦੇ ਵਿੱਚ ਇੱਕ ਤੇਜਾ ਸਿੰਘ ਕੋਹਲੀ ਬਹੁਤ ਅੱਛੇ ਸ਼ਾਰਟ ਸਟੋਰੀ ਰਾਈਟਰ ਸੀ ਜਿਹੜੇ ਗੁਰਮਤ ਦੇ ਵਿਸ਼ਿਆਂ ਦੇ ਨਾਲ ਸੰਬੰਧਿਤ ਕਹਾਣੀਆਂ ਲਿਖਦੇ ਸੀ। ਉਹਨਾਂ ਦੀ ਇੱਕ ਕਹਾਣੀ ਸੀ, ਪਰ ਕਹਾਣੀ ਤਾਂ ਮੈਨੂੰ ਯਾਦ ਵੀ ਨਹੀਂ ਹੈ, ਪਰ ਉਹ ਇਹੀ ਬੇਸਡ ਸੀ ਕਿ ਕਿਸੇ ਨੇ ਕਿੰਨਾ ਬੁਰਾ ਕੀਤਾ ਤੇ ਸਿੱਖ ਫਿਰ ਵੀ ਭਲਾ ਕਰ ਰਿਹਾ। ਤੇ ਉਹਨੂੰ ਕਿਸੇ ਉਹਦੇ ਦੋਸਤ ਨੇ ਕਿਹਾ ਕਿ ਯਾਰਾ ਤੂੰ ਬਿਲਕੁਲ ਹੀ ਕਿਉਂ, ਤੇਰੇ ਮਨ 'ਚ ਗੁੱਸਾ ਨਹੀਂ ਆਇਆ, ਉਹਨੇ ਤੇਰੇ ਨਾਲ ਕੀ ਨਹੀਂ ਸੀ ਕੀਤਾ। ਤੇ ਉਹਨੇ ਜੋ ਅੱਗੋਂ ਕਿਹਾ ਉਹਨਾਂ ਦੀ ਕਹਾਣੀ ਦੇ ਨਾਲ ਉਹ ਕਲੋਜ਼ ਹੋਈ ਸੀ ਗੱਲ ਕਿ ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਦੁਨੀਆ ਦਾ ਇਹ ਹੈ ਕਿ ਬੁਰਿਆਂ ਨਾਲ ਸਭ ਬੁਰਾ ਕਰਨ ਪਏ। ਅੰਗਰੇਜ਼ੀ 'ਚ ਵੀ ਕਹਿੰਦੇ ਨੇ ਐਨ ਐਪਲ ਫॉर ਐਨ ਐਪਲ, ਐਨ ਆਈ ਫॉर ਐਨ ਆਈ। ਇਹ ਓਲਡ ਲਾਅ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਸੇਬ ਦਿੱਤਾ ਤੇ ਤੁਹਾਨੂੰ ਵਾਪਸ ਸੇਬ ਅਗਲਾ ਦੇ। ਜੇ ਤੁਸੀਂ ਇੱਕ ਅੱਖ ਕੱਢੀ ਹੈ ਕਿਸੇ ਦੀ ਤੇ ਉਹ ਦੂਜਾ ਵੀ ਤੁਹਾਡੀ ਅੱਖ ਕੱਢੇ। ਐਨ ਆਈ ਫॉर ਐਨ ਆਈ, ਐਨ ਐਪਲ ਫॉर ਐਨ ਐਪਲ। ਤੇ ਇੱਥੇ ਹੈ ਕਿ ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ। ਕੁਛ ਜਿਹੜੇ ਸਿਆਣੇ ਨੇ ਉਹ ਕਹਿਣਗੇ ਚਲੋ ਬੁਰਾ ਕੀਤਾ ਮਾਫ ਕਰੋ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਇਹ ਗੁਰੂ ਨਾਨਕ ਦੀ ਦਿੱਤੀ ਸਿੱਖਿਆ ਕਿ ਜਿਹਨੇ ਤੁਹਾਡਾ ਬੁਰਾ ਵੀ ਕੀਤਾ, ਜੇ ਤੁਹਾਡੇ ਤੋਂ ਸਰੇ ਬਣੇ ਤੇ ਉਹਦਾ ਭਲਾ ਕਰੋ, ਨੇਕੀ ਕਰੋ। ਔਰ ਅੱਜ ਜਿਹੜਾ ਸ਼ਬਦ ਅਸੀਂ ਵਿਚਾਰ ਅਧੀਨ ਲਿਆ ਰਹੇ ਬਾਬਾ ਫਰੀਦ ਜੀ ਦਾ, ਹਾਲਾਂਕਿ ਇਹ ਸ਼ਬਦ ਰਾਗ ਆਸਾ ਦਾ ਹੈ, ਉਹਦੀ ਮੈਂ ਵਿਚਾਰ ਕਰਨ ਤੋਂ ਪਹਿਲਾਂ ਜਿਹੜਾ ਥਾਟ ਤੁਸੀਂ ਸ਼ੁਰੂ ਕੀਤਾ ਆਪਣੀ ਇਸ ਕਹਾਣੀ ਦੇ ਨਾਲ, ਉਸ ਦੇ ਉੱਤੇ ਬਾਬਾ ਫਰੀਦ ਕੀ ਕਹਿੰਦੇ ਨੇ। ਔਰ ਬਾਬਾ ਫਰੀਦ ਦੀ ਉਹ ਫॉरगिवनेस ਹੀ ਨਹੀਂ, ਇੱਕ ਸਟੈਪ ਅੱਗੇ ਜਾਣ ਦੀ ਗੱਲ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਿੱਸਾ ਬਣਾਇਆ। ਔਰ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਹੈ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਜੇ ਤੈਨੂੰ ਕੋਈ ਮੁੱਕਾ ਮਾਰਦਾ ਤੇ ਤੂੰ ਵਾਪਸੀ ਤੇ ਉਹਨੂੰ ਜਿਹੜਾ ਮੁੱਕਾ ਨਹੀਂ ਮਾਰਨਾ ਹੈ, ਤੂੰ ਉਹਦੇ ਘਰ ਜਾ ਕੇ ਪੈਰ ਤਿਨਾ ਦੇ, ਆਪ ਨੜੇ ਘਰ ਜਾਈ ਹੈ ਪੈਰ ਤਿਨਾ ਦੇ ਚੁੰਮ। ਆਪਣੇ ਅੰਦਰ ਉਹ ਹਿਊਮਿਲਿਟੀ ਲਿਆ ਕਿ ਉਹਦੇ ਅੱਗੇ ਤੂੰ ਹੰਬਲੀ ਕਹੇ ਕਿ ਨਹੀਂ ਇਹ ਮੇਰਾ ਹੀ ਕਸੂਰ ਹੋਣਾ।
ਹੁਣ ਇਹ ਬੇਸ਼ੱਕ ਜਦੋਂ ਤੁਸੀਂ ਕੌਮਾਂ ਦੀ ਜ਼ਿੰਦਗੀ 'ਚ ਇਹਨੂੰ ਗੈਰਤ ਜਾਂ ਅਣਖ ਦੇ ਨਾਲ ਨਹੀਂ ਮਿਲਾਇਆ ਜਾਣਾ ਚਾਹੀਦਾ, ਇਹ ਇੱਕ ਤੁਹਾਡੀ ਇੰਡੀਵਿਜੂਅਲ ਜਿਹੜੀ ਸਪਿਰਿਚੁਅਲ ਜਾਂ ਰੂਹਾਨੀਅਤ ਤੌਰ ਤੇ ਜਿਹਨੂੰ ਫॉरगिवनेस ਕਹਿੰਦੇ ਨੇ, ਮਾਫ ਕਰਨ ਦੀ ਭਾਵਨਾ, ਜਿਹੜੀ ਕ੍ਰਿਸਚੀਅਨਿਟੀ ਦੇ ਵਿੱਚ ਵੀ ਬੜੀ ਪ੍ਰਬਲ ਹੈ। ਔਰ ਮੈਨੂੰ ਯਾਦ ਹੈ ਕਿ ਬਈ ਇਹਦਾ ਰੀਅਲ ਪਰਖ ਹੁੰਦੀ ਹੈ। ਜਿਵੇਂ ਇੱਕ ਡਾਕਟਰ ਆਸਟ੍ਰੇਲੀਅਨ ਸਟੈਨ ਗ੍ਰੈਮ, ਔਰ ਉਹਨਾਂ ਦੇ 9 ਤੇ 11 ਸਾਲ ਦੇ 2 ਬੱਚਿਆਂ ਨੂੰ, ਪੁੱਤਰਾਂ ਨੂੰ ਹਿੰਦੂ ਤਵੀਆਂ ਨੇ, ਬਜਰੰਗ ਦਲ ਨੇ ਜਿਉਂਦੇ ਸਾੜ ਦਿੱਤਾ ਸੀ। ਉੱਥੇ ਸ਼ਾਇਦ ਝਾਰਖੰਡ ਦੇ ਵਿੱਚ ਇਹ ਵਾਕਿਆ ਹੋਇਆ। ਔਰ ਇਹ ਡਾਕਟਰ ਕਪਲ ਜਿਹਦੇ ਚ ਉਹਨਾਂ ਦੇ ਬੱਚੇ ਔਰ ਵਾਈਫ 18 ਸਾਲਾਂ ਤੋਂ ਉਸ ਇਲਾਕੇ ਦੇ ਵਿੱਚ ਕੁੜੀਆਂ ਦੇ ਮਰੀਜ਼ਾਂ ਦੇ ਜਿਹੜੀ ਆ ਉਹ ਖਿਦਮਤ ਕਰਦੇ ਸੀ, ਲੈਪਰੋਸੀ ਪੇਸ਼ੈਂਟਸ ਦੀ। ਔਰ ਉਹ ਡਾਕਟਰ ਗ੍ਰੈਮ ਔਰ 2 ਬੱਚੇ ਜਿਉਂਦੇ ਸੀ। ਬਹੁਤ ਵੱਡਾ ਇੰਟਰਨੈਸ਼ਨਲੀ ਇਹ ਕੇਸ ਬਣਿਆ ਸੀ। ਔਰ ਉਹਨਾਂ ਦੀ ਵਾਈਫ ਜਦੋਂ ਜ਼ਾਹਿਰ ਹੈ ਉਹ ਫੜ ਲਏ ਗਏ ਜਿਹੜੇ ਹਿੰਦੂ ਤਵੀ ਸੀ, ਉਹਨਾਂ ਨੂੰ ਭਾਵੇਂ ਬਾਅਦ ਛੱਡਤਾ ਸੁਪਰੀਮ ਕੋਰਟ ਨੇ। ਉਹਦਾ ਕਾਰਨ ਕਿ ਉਹਨਾਂ ਦੀ ਜਿਹੜੀ 2 ਸਾੜੇ ਗਏ ਬੱਚਿਆਂ ਦੀ ਮਾਂ ਤੇ ਡਾਕਟਰ ਦੀ ਵਾਈਫ, ਉਹਦੀ ਕੀ ਗਵਾਹੀ ਸੀ, ਕਿਉਂਕਿ ਅਲਟੀਮੇਟਲੀ ਦਾ ਟ੍ਰਾਇਲ ਇਵੇਂ ਚੱਲਦਾ ਹੈ। ਤੇ ਉਹਨੇ, ਉਹ ਡਿਵਾਊਟ ਕ੍ਰਿਸਚੀਅਨ ਸੀ, ਉਹਨੇ ਕਿਹਾ ਕਿ ਆਈ ਫॉरगिव them, ਮੈਂ ਮਾਫ ਕਰਦੀ। ਉਹਨੇ ਕਿਹਾ ਇਹ ਮੇਰੇ ਮਜ਼ਹਬ ਦਾ ਹਿੱਸਾ ਹੈ ਫॉरगिवनेस। ਸੋ ਮੈਂ ਬਹੁਤ ਵਾਰ ਸਮਝਦਾ ਵੀ ਜਿਹੜੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਨੇ ਉਹਨੂੰ ਇੰਡੀਵਿਜੂਅਲ ਲਾਈਫ 'ਚ ਸਾਡੇ ਅੰਦਰ ਫॉरगिवनेस ਹੋਣੀ, ਇਹ ਬਹੁਤ ਵੱਡੀ ਗੱਲ ਹੈ। ਉੱਥੇ ਰਿਵੈਂਜ, ਹਾਂ, ਜਦੋਂ ਕੌਮਾਂ ਦੀ ਜ਼ਿੰਦਗੀ ਹੈ ਜਾਂ ਤੁਸੀਂ ਜਿਹੜੇ ਇਹ ਮਾਸ ਮਰਡਰਰ ਨੇ ਜਾਂ ਇਸ ਕਿਸਮ ਦੇ ਲੋਕ ਜਿਹੜੇ ਹੀਨਸ ਕ੍ਰਾਈਮਸ ਕਰਦੇ ਨੇ, ਇਹ ਇੱਕ ਵੱਖਰਾ ਵਿਸ਼ਾ ਚਲਾ ਜਾਂਦਾ ਹੈ। ਪਰ ਇੰਡੀਵਿਜੂਅਲੀ ਜੇ ਤੁਹਾਡਾ ਕਿਸੇ ਨੇ ਬੁਰਾ ਵੀ ਕੀਤਾ ਹੈ, ਤੁਹਾਡੇ ਨਾਲ ਮਦਦ ਦੇ ਉੱਤੇ ਨਹੀਂ ਖਲੋਤਾ, ਤੁਸੀਂ ਵੱਡਾ ਦਿਲ ਕਰਕੇ ਜਦੋਂ ਉਹਨੂੰ ਲੋੜ ਹੈ ਤੇ ਤੁਸੀਂ ਉਸ ਦੀ ਜਿਹੜੀ ਹੈ ਮਦਦ ਤੇ ਜਾਓ। ਔਰ ਅੱਜ ਦਾ ਸ਼ਬਦ ਆਸਥਾ ਰਾਗ ਚ ਬਾਬਾ ਫਰੀਦ ਜੀ ਦਾ ਬੜਾ ਖੂਬਸੂਰਤ ਸ਼ਬਦ ਹੈ। ਔਰ ਇਹ ਸ਼ਬਦ ਹੈ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਰਹਾਓ, ਜੇ ਜਾਣਾ ਮਰ ਜਾਈ ਹੈ ਘੁੰਮ ਨਾ ਆਈ ਹੈ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਝੋਲੀਐ, ਸ਼ੈਲ ਲਗਾਂਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰਿਆ, ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ केते बैस गया, कत्थक कूंजा चेत डौ, सावन बिजलियां सियाले सोहंदियां, फिर गल बाहड़ियां, चले चलन हार विचारा दे मनो, पिंडेंदिया 6 माह तुरंदिया एक खिनो, जिमी जिमी पुछया असमान, फरीदा खेवट किन गए, जालन गोरा नाल उलामे जी सहे। इस शब्द च इंसान नू याद करवाया कि तू जिहड़ा मल मार के बैठा तू ये समझदा है कि तू हमेशा रहना, तू कुदरत दे नियमां तो बेखबर कि जिहदे च जो आया उन्हें चले जाना है, तेरा ये एक ट्रांजिटरी फेज है, तेरा ये फानी संसार दे विच लम्मा वक्त तेरे जीण दा नहीं होना। इस नूं करदे बाबा फरीद अपने आप नूं एड्रेस कर रहे हैं और शुरुआत दे विच अपने नां नाल, विचकार अपने आप नूं शेख कह के बोले शेख फरीद प्यारे अल्लाह लगे। हुण बाबा फरीद आखदे ने कि हे प्यारे, हे मेरे इंसान प्यारे दोस्त, अल्लाह लगे, रब वल लग, बोले शेख फरीद प्यारे अल्लाह लगे, एहो तन होसी खाक निमाणी गौर करे कि ये तेरा तन बॉडी इसने फना हो जाना है, इन्हें खाक हो जाना है। गौर कहते ने कबर नूं कि तेरा असली घर तेरी कबर है, क्योंकि मुसलमान सन बाबा फरीद ज़ाहिर है दफनाया जाता है इस्लाम दे विच। सो उन्होंने कहा भी तेरी अल्टी है फरीद, तू ये बाकी सारियां नूं भी बोल के दस के रब नाल प्यार करो, अल्टीमेटली इस तन ने खाक हो जाना है, निमाणी गौर करे
ਅਲਟੀਮੇਟਲੀ ਜਿਹੜੀ ਹੈ ਉਸ ਕਬਰ ਦੇ ਵਿੱਚ ਤੇਰਾ ਵਾਸਾ ਹੋਣਾ ਹੈ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਕਿ ਹੇ ਫਰੀਦ ਆਪਣੇ ਅੰਦਰਲੀਆਂ ਵਕਾਰਾਂ ਵਾਲੀਆਂ ਰੁਚੀਆਂ ਨੂੰ ਰੋਕ, ਜਿਹੜੀਆਂ ਮਚ ਰਹੀਆਂ ਨੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਚਦੇ ਨੇ। ਆਜ ਮਿਲਾਵਾ ਸ਼ੇਖ ਫਰੀਦ, ਹੇ ਫਰੀਦ ਆਪਣੇ ਅੰਦਰ ਵੱਲ ਝਾਕ, ਆਪਣੇ ਜੇ ਰੱਬ ਨਾਲ ਮਿਲਣਾ ਤੇ ਟਾਕਮ ਕੁੰਜੜੀਆਂ ਇੰਦਰੀਆਂ ਨੂੰ ਕਾਬੂ ਦੇ ਵਿੱਚ ਕਰ, ਜਿਹੜੀਆਂ ਕਿ ਮਚਦੀਆਂ ਨੇ, ਮਨੋਂ ਮਚੰਦੜੀਆਂ, ਜਿਹੜਾ ਕਿ ਮਨ ਨੂੰ ਮਚਾਉਣ ਵਾਲੀਆਂ ਨੇ। ਔਰ ਇਹੀ ਰਹਾਉ ਹੈ, ਇਹੀ ਸੈਂਟਰਲ ਆਈਡੀਆ ਸ਼ਬਦ ਦਾ। ਜੇ ਜਾਣਾ ਮਰ ਜਾਈ ਹੈ, ਘੁੰਮ ਨਾ ਆਈ ਹੈ, ਝੂਠੀ ਦੁਨੀਆ ਲੱਗ ਨਾ ਆਪ ਵੰਝਾਈ ਹੈ। ਜੇ ਇਸ ਗੱਲ ਦੀ ਸਮਝ ਆ ਜਾਏ ਕਿ ਮਰ ਜਾਣਾ, ਅਸੀਂ ਰਹਿਣਾ ਨਹੀਂ ਹੈ, ਫਿਰ ਇਸ ਦੁਨੀਆ ਦੇ ਮੋਹ ਦੇ ਵਿੱਚ ਫਸ ਕੇ ਅਸੀਂ ਖੁਆਰ ਨਹੀਂ ਹੋਵਾਂਗੇ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ, ਕਿ ਸੱਚ ਦੇ ਉੱਤੇ ਰਹੀਏ, ਸੱਚ ਬੋਲੀਏ, ਝੂਠ ਨਾ ਬੋਲੀਏ। ਤੇ ਜਿਹੜੀ ਵਾਟ ਕਹਿੰਦੇ ਨੇ ਰਸਤੇ ਨੂੰ, ਜਿਹੜਾ ਰਸਤਾ ਗੁਰੂ ਨੇ ਦੱਸਿਆ, ਮੁਰਸ਼ਦ ਨੇ ਦੱਸਿਆ, ਉਹਦੇ ਉੱਤੇ ਤੁਰੀਏ, ਜੋਲੀਏ। ਇਹ ਪੋਠੋਹਾਰ ਦੇ ਜਾਂ ਸਰਾਇਕੀ ਦੱਖਣੀ ਪੰਜਾਬ ਦੇ ਡਾਇਲੈਕਟ ਚ ਬੋਲਣ ਨੂੰ ਕਹਿੰਦੇ, ਤੁਰਨ ਨੂੰ ਕਹਿੰਦੇ ਨੇ ਜੁਲਣਾ, ਕਿ ਕਿੱਥੇ ਜੁਲੇ ਹੋ, ਕਿੱਥੇ ਚੱਲੇ ਹੋ। ਸੋ ਬਾਬਾ ਫਰੀਦ ਇਹ ਕਹਿੰਦੇ ਨੇ ਕਿ ਮੁਰੀਦਾ ਜੋਲੇ, ਕਿ ਮੁਰੀਦ ਨੂੰ ਕਹਿੰਦੇ ਨੇ ਕਿ ਉਸ ਰਸਤੇ ਤੇ ਤੁਰ ਜਿਹੜੀ ਤੇਰੇ ਮੁਰਸ਼ਦ ਨੇ, ਗੁਰੂ ਨੇ ਦੱਸੀ ਹੈ। ਸ਼ੈਲ ਲੰਘੇਂਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਬਤ ਚੀਰੇ। ਹੁਣ ਇੱਕ ਸਿਨੈਰੀਓ ਵਿਢਿਆ ਕਿ ਦਰਿਆ ਹੈ, ਸੋਹਣੇ ਗੱਭਰੂ ਜਿਹੜੇ ਨੇ ਉਹ ਦਰਿਆ ਨੂੰ ਲੰਘ ਰਹੇ ਨੇ, ਤੇ ਇੱਕ ਔਰਤ, ਖੂਬਸੂਰਤ ਔਰਤ ਗੋਰੀ, ਜਿਹੜੀ ਪੁਰਾਤਨ ਪੰਜਾਬੀ ਚ ਵੀ ਹੁਣ ਵੀ ਬਹੁਤ ਸਾਰੇ ਪੰਜਾਬ ਦੇ ਫੋਕਲੋਰ ਗੀਤਾਂ ਚ ਇਸਤੇਮਾਲ ਹੁੰਦਾ, ਕਮਜ਼ੋਰ ਹੈ। ਉਹ ਦੇਖ ਰਹੀ ਹੈ ਕਿ ਵੀ ਮੈਂ ਦਰਿਆ ਲੰਘ ਸਕਾਂਗੇ ਕਿ ਨਹੀਂ। ਪਰ ਜਦੋਂ ਉਹ ਛੈਲ ਛਬੀਲੇ ਲੰਘ ਜਾਂਦੇ ਨੇ, ਉਹ ਵੀ ਹੌਸਲਾ ਫੜਦੀ ਹੈ ਵੀ ਜੇ ਉਹ ਲੰਘ ਸਕਦੇ ਨੇ ਤੇ ਮੈਂ ਵੀ। ਇਹ ਰੂਹਾਨੀਅਤ ਦੀ ਗੱਲ ਹੈ ਕਿ ਜਿਹੜੇ ਰੱਬ ਨੂੰ ਪੁੱਗੇ ਹੋਏ ਨੇ, ਰੱਬ ਨਾਲ ਜੁੜੇ ਹੋਏ ਨੇ, ਤੇ ਅਸੀਂ ਜਿਹੜੇ ਤੁਰੇ ਹੋਏ ਹਾਂ, ਅਸੀਂ ਉਹਨਾਂ ਦੇ ਵੱਲ ਦੇਖੀਏ ਕਿ ਜਿਹੜੇ ਛੈਲ ਬਣ ਗਏ, ਲੰਘ ਗਏ, ਰੱਬ ਨਾਲ ਮਿਲ ਗਏ, ਤੇ ਮੈਂ ਵੀ ਉਸ ਰੱਬ ਦੇ ਨਾਲ ਮਿਲ ਸਕਦਾ ਹਾਂ ਜਾਂ ਮਿਲ ਸਕਦੀ ਹਾਂ। ਛੈਲ ਲੰਘਾਂਦੇ ਪਾਰ ਗੋਰੀ ਮਨ ਧੀਰਿਆ। ਫਿਰ ਉਸ ਰੂਹ ਨੂੰ ਵੀ ਜਿਹੜੀ ਹੈ ਪੇਸ਼ੈਂਸ ਆਉਂਦੀ ਹੈ ਕਿ ਕੰਚਨ ਵੰਨੇ ਪਾਸੇ ਕਲਬਤ ਚੀਰਿਆ। ਔਰ ਇਹ ਗੱਲ ਦੀ ਉਹਨੂੰ ਸਮਝ ਆ ਜਾਂਦੀ ਹੈ ਕਿ ਜਿਹੜੇ ਸੋਨੇ ਵੱਲ ਲੱਗਦੇ ਨੇ, ਧਨ ਇਕੱਠਾ ਕਰਨ ਵੱਲ ਲੱਗਦੇ ਨੇ, ਕਰਬਤ ਆਰੇ ਨੂੰ ਕਹਿੰਦੇ ਨੇ। ਜਿਵੇਂ ਆਰੇ ਨਾਲ ਚੀਰੇ ਜਾਣ ਦੀ ਤਕਲੀਫ ਹੁੰਦੀ ਹੈ, ਇਵੇਂ ਧਨਾੜ ਲੋਕ ਜਿਨ੍ਹਾਂ ਕੋਲ ਪੈਸਾ ਹੈ, ਜਿਹੜੀ ਦੌੜ ਹੈ ਮਿਲੀਅਨ ਵਾਲੇ ਦੀ, 100 ਮਿਲੀਅਨ ਲਈ, ਉਹਨਾਂ ਦੇ ਬਿਲੀਅਨ ਲਈ, ਉਹਨਾਂ ਦੇ ਅੰਦਰ ਚੈਨ ਨਹੀਂ ਹੁੰਦੀ। ਇੱਕ ਮਜ਼ਦੂਰ, ਇੱਕ ਕਿਰਤ ਕਰਨ ਵਾਲਾ, ਉਹ ਬਿਲਕੁਲ ਨੰਗੀ ਧਰਤੀ ਦੇ ਉੱਤੇ ਵੀ ਜਿਹੜਾ ਉਹ ਸੌ ਜਾਂਦਾ ਹੈ ਔਰ ਬਿਲਕੁਲ ਬੇਫਿਕਰ ਹੁੰਦਾ ਹੈ। ਧਨਾੜ ਕੋਲ ਬਹੁਤ ਜਿਹੜੇ ਨੇ ਨਰਮ ਬਿਸਤਰੇ ਔਰ ਚੰਗੇ ਬੈਡਰੂਮ ਹੁੰਦੇ ਨੇ, ਉਹਨੂੰ ਨੀਂਦ ਨਹੀਂ ਆਉਂਦੀ, ਉਹ ਨੀਂਦ ਦੀ ਗੋਲੀ ਖਾ ਕੇ ਸੌਂਦਾ ਹੈ। ਇਹਨੂੰ ਹੀ ਬਾਬਾ ਫਰੀਦ ਨੇ ਕਿਹਾ ਕਿ ਇਹ ਜਿਹੜੇ ਨੇ ਕੰਚਨ ਵੰਨੇ ਪਾਸੇ ਕਲਵਤ ਚੀਰਿਆ, ਜਿਹੜੇ ਸੋਨੇ ਨਾਲ ਜੁੜੇ ਹੋਏ ਨੇ, ਪੈਸੇ ਨਾਲ ਜੁੜੇ ਹੋਏ ਨੇ, ਦਿਨ ਰਾਤ ਉਹਨਾਂ ਦੀ ਰੂਹ ਇਵੇਂ ਹੀ ਹੁੰਦੀ ਹੈ, ਉਹਨਾਂ ਦਾ ਮਨ ਜਿਵੇਂ ਆਰੇ ਦੇ ਨਾਲ ਚੀਰਿਆ ਜਾ ਰਿਹਾ ਹੈ। ਫਿਰ ਆਪਣੇ ਆਪ ਨੂੰ ਯਾਦ ਕਰਾਉਂਦੇ ਨੇ, ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਕਿ ਕੋਈ ਵੀ ਇਸ ਦੁਨੀਆ ਦੇ ਉੱਤੇ ਜਿਹੜਾ ਆਇਆ ਉਹ ਸਾਰੀ ਹਯਾਤੀ ਨਹੀਂ ਜੀਂਦਾ, ਉਹ ਅਲਟੀਮੇਟਲੀ ਚਲਾ ਜਾਂਦਾ ਹੈ। ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ, ਕਿ ਜਿਸ ਥਾਂ ਤੇ ਮੈਂ ਬੈਠਾ, ਮੇਰੇ ਤੋਂ ਪਹਿਲਾਂ ਕਿੰਨੇ ਆਏ ਇੱਥੇ ਬਹਿ ਕੇ ਚਲੇ ਗਏ। ਇਹ ਸਾਡੇ ਸਾਰਿਆਂ ਲਈ ਰਿਮਾਈਂਡਰ ਹੈ। ਕੱਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ, ਸਿਆਲੇ ਸੋਂਦੀਆਂ ਫਿਰ ਗੱਲ ਬਾਹੜੀਆਂ। ਇਹ ਬੜਾ ਖੂਬਸੂਰਤ, ਜਦੋਂ ਮੈਂ ਇਹ ਸ਼ਬਦ ਪੜ੍ਹਦਾ ਤੇ ਪੰਜਾਬ ਦੀ ਧਰਤੀ ਯਾਦ ਆ ਜਾਂਦੀ ਹੈ। ਔਰ ਬਾਬਾ ਫਰੀਦ ਪਾਕ ਪਤਨ ਉਸ ਦਰਿਆ ਦੇ ਕੰਢੇ ਤੇ ਬੈਠੇ ਨੇ, ਔਰ ਚੇਤ ਦਾ ਮਹੀਨਾ ਅਸੀਂ ਦੇਖਦੇ ਹਾਂ ਕਿ ਕਿਵੇਂ ਚੇਤ ਦੇ ਮਹੀਨੇ ਚ ਕੂੰਜਾਂ, ਮਾਈਗ੍ਰੇਟਰੀ ਬਰਡਸ, ਔਰ ਕਿੰਨੇ ਪੰਜਾਬੀ ਦੇ ਗੀਤ ਨੇ ਕਿ ਮੈਂ ਕੂੰਜ ਵਿਛੜ ਗਈ ਡਾਰੋਂ। ਕੂੰਜਾਂ ਜਿਹੜੀਆਂ ਨੇ ਉਹ ਡਾਰ ਦੇ ਵਿੱਚ ਉੱਡਦੀਆਂ ਨੇ। तो बाबा फरीद याद दहानी करवाते हैं कि कुदरत अपने नेम दे विच चल रही है। देखो चेत दे महीने कूंजा आउंदियां ने, हर साल आउंदियां ने। चेत कत्तक कूंजा, कत्तक दे महीने च कूंजा ने,
ਚੇਤ ਡੋ, ਹੁਣ ਚੇਤ ਜਿਹੜਾ ਹੈ ਉਹ ਬਿਗਨਿੰਗ ਹੈ, ਗਰਮੀ ਸ਼ੁਰੂ ਹੋ ਜਾਂਦੀ ਹੈ। ਔਰ ਉੱਥੇ ਵੀ ਜਦੋਂ ਅਸੀਂ ਇੱਥੇ ਵਾਈਲਡ ਫਾਇਰਸ ਦੇਖਦੇ ਹਾਂ ਸਮਰ ਦੇ ਵਿੱਚ, ਉੱਥੇ ਵੀ ਅੱਗ ਲੱਗਦੀ ਹੋਈ, ਜਿਹੜਾ ਬਾਬਾ ਫਰੀਦ ਨੇ ਜ਼ਿਕਰ ਕੀਤਾ ਹੈ ਕਿ ਇਸ ਚੇਤ ਦੇ ਮਹੀਨੇ ਅੱਗਾਂ ਚਾਰ ਚਫੇਰੇ ਲੱਗਦੀਆਂ ਨੇ ਜੰਗਲਾਂ ਦੇ ਵਿੱਚ, ਵਾਈਲਡ ਫਾਇਰ। ਸੋ ਕੱਤਕ ਦੇ ਵਿੱਚ ਕੱਤਕ ਕੂੰਜਾਂ, ਚੇਤ ਡੋ, ਸਾਵਣ ਬਿਜਲੀਆਂ। ਸੋ ਜ਼ਾਹਰ ਹੈ ਸਾਵਣ ਭਾਦੋ ਮੌਨਸੂਨ, ਔਰ ਅਸੀਂ ਦੇਖਦੇ ਹਾਂ ਕਿ ਜਦੋਂ ਪੂਰਾ ਜਿਹਨੂੰ ਝੜੀ ਲੱਗਣਾ ਕਹਿੰਦੇ ਨੇ, ਝੜੀ ਲੱਗਦੀ ਹੈ ਤੇ ਫਿਰ ਅਸਮਾਨ ਦੇ ਉੱਤੇ ਬਿਜਲੀ ਵੀ ਕੜਕਦੀ ਹੈ। ਸੋ ਬਾਬਾ ਫਰੀਦ ਦੇ ਤਿੰਨੋਂ ਹੀ ਮਹੀਨਿਆਂ ਦਾ ਜਿਹੜਾ ਪੰਜਾਬ ਦੇ ਰੀਅਲ ਨਾਂ ਨੇ ਮਹੀਨਿਆਂ ਦੇ, ਕੱਤਕ ਦੀਆਂ ਕੂੰਜਾਂ, ਚੇਤ ਦੀ ਵਾਈਲਡ ਫਾਇਰ, ਔਰ ਇਸ ਦੇ ਨਾਲ ਉਹਨਾਂ ਨੇ ਜਿਵੇਂ ਸਾਵਣ ਦੀਆਂ ਬਿਜਲੀਆਂ ਦਾ ਜ਼ਿਕਰ ਕੀਤਾ, ਤੇ ਫਿਰ ਇੱਕਦਮ ਉਹ ਉਹਨਾਂ ਵੱਲ ਗਏ ਕਿ ਸਿਆਲ ਦੇ ਮਹੀਨੇ ਜਿੱਥੇ ਕਿ ਠੰਡ ਹੈ ਬੜੀ, ਔਰ ਪਤੀ ਪਤਨੀ ਜਿਹੜੇ ਨੇ ਇੱਕ ਡੋਮੈਸਟਿਕ ਘਰੇਲੂ ਜ਼ਿੰਦਗੀ ਦੇ ਵਿੱਚ ਘਰੇਲੂ ਆਨੰਦ ਮਾਣਦੇ ਨੇ, ਸਿਆਲੇ ਸੌਂਦੀਆਂ ਫਿਰ ਗਲ ਬਾਹੜੀਆਂ, ਪਿਆਰੇ ਦੇ ਗਲ ਦੇ ਵਿੱਚ ਬਾਹਾਂ, ਇਹ ਇਹਨਾਂ ਦਾ ਹੈ। ਪਰ ਇਹਨਾਂ ਸਾਰਿਆਂ ਦਾ ਆਨੰਦ ਮਾਣਦਿਆਂ ਅਸੀਂ ਭੁੱਲ ਜਾਂਦੇ ਹਾਂ ਚੱਲੇ ਚੱਲਣ ਹਾਰ, ਵਿਚਾਰਾ ਲੈ ਮਨੋਂ, ਗੰਢੇਂਦਿਆਂ 6 ਮਾਹ, ਤੁੜੰਦਿਆਂ ਇੱਕ ਖਿਨੋ। ਹੁਣ ਗੰਢੰਦੇ ਆ ਪ੍ਰੈਗਨੈਂਸੀ, ਹੁਣ 6 ਮਹੀਨੇ ਦਾ ਜ਼ਿਕਰ ਐਵਰੇਜ ਹੁੰਦਾ ਹੈ ਕਿ ਭਾਈ ਜਿਹੜੀ ਚੀਜ਼ ਬਣਦਿਆਂ 6 ਮਹੀਨੇ ਲੱਗੇ, ਜੇ ਤੁਸੀਂ ਕਨਸੈਪਸ਼ਨ ਤੋਂ ਬਾਅਦ ਡਿਲੀਵਰੀ ਦੇਖੋ 6 ਮਹੀਨੇ ਤੋਂ ਬਾਅਦ, ਹੁਣ ਵੀ ਭਾਵੇਂ ਇਨਕੂਬੇਟਰ ਹੁੰਦੇ ਨੇ ਸੇਵ ਹੋ ਜਾਂਦਾ ਹੈ ਕਿ ਜਿਹਨੂੰ ਬਣਦਿਆਂ 6 ਮਹੀਨੇ ਲੱਗੇ, ਜਿਸ ਬਾਡੀ ਨੂੰ ਗੰਢੇਂਦਿਆਂ 6 ਮਾਹ, ਤੁੜੰਦਿਆਂ ਇੱਕ ਖਿਨੋ। ਇੱਕ ਵੀ ਉਸ ਬੋਲੀ 'ਚ ਕਹਿੰਦੇ ਨੇ ਇੱਕ ਨੂੰ, ਕਿ ਇੱਕ ਪਲ ਦੇ ਵਿੱਚ ਉਹ ਟੁੱਟ ਗਏ। ਜਦੋਂ ਅਸੀਂ ਕਹਿੰਦੇ ਆ ਵੀ ਚੰਗਾ ਭਲਾ ਸੀ ਬੰਦਾ, ਗਿਆ ਹੈ ਨਹੀਂ ਸੀ। ਸੋ ਜਿਹਨੂੰ ਬਣਦਿਆਂ 6 ਮਹੀਨੇ ਤੋਂ ਜ਼ਿਆਦਾ ਲੱਗੇ ਸੀ, ਉਹ ਟੁੱਟਦੇ ਆ ਇੱਕ ਪਲ ਦੇ ਵਿੱਚ ਟੁੱਟ ਗਿਆ। ਚੱਲੇ ਚੱਲਣ ਹਾਰ, ਵਿਚਾਰਾ ਲੈ ਮਨੇ, ਇਹ ਮਨ ਦੇ ਵਿੱਚ ਵਿਚਾਰ ਲਓ ਕਿ ਅਲਟੀਮੇਟਲੀ ਚਲੇ ਜਾਣਾ। ਤੇ ਅਖੀਰ 'ਚ ਬਾਬਾ ਫਰੀਦ ਉਸ ਹਕੀਕਤ ਦੇ ਉੱਤੇ ਫਾਈਨਲ ਸਟੈਂਪ ਲਾਉਂਦੇ ਆ, ਕਹਿੰਦੇ ਨੇ ਜਿਵੇਂ ਪੁੱਛਿਆ ਅਸਮਾਨ, ਫਰੀਦਾ ਖੇਵਟ ਕਿਨ ਗਏ, ਕਿ ਜ਼ਮੀਨ ਪੁੱਛਦੀ ਹੈ। ਔਰ ਅਕਸਰ ਇਹ ਉਰਦੂ ਦੇ ਕਪਲੇਟ ਸੁਣਾਏ ਜਾਂਦੇ ਨੇ ਕਿ ਏਡੇ ਏਡੇ ਵੱਡੇ ਲੋਕ ਕਿੱਥੇ ਚਲੇ ਗਏ, ਇੰਨੇ ਵੱਡੇ ਮਲਾਹ, ਇੰਨੇ ਵੱਡੇ ਲੀਡਰ, ਇੰਨੇ ਵੱਡੇ ਥਿੰਕਰ, ਵੱਡੇ ਵੱਡੇ ਡਾਕਟਰ। ਜਿਵੇਂ ਕਦੇ ਕਿਹਾ ਜਾਂਦਾ ਸੀ ਕਿ ਵੱਡੇ ਵੈਦ ਲੁਕਮਾਨ ਵਰਗੇ ਮਲਦੇ ਹੱਥ ਜਹਾਨ ਤੋਂ ਜਾਣਦੇ ਨੇ। ਹੁਣ ਲੁਕਮਾਨ ਜਿਹਦੇ ਬਾਰੇ ਸੀ ਕਿ ਉਹ ਮੁਰਦਾ ਲਿਆ ਉਹਦੇ ਕੋਲੋਂ ਜਿਉਂਦਾ ਕਰ ਦਿੰਦਾ ਸੀ, ਹਕੀਮ ਸੀ। ਜਦੋਂ ਵੀ ਵੱਡੇ ਹਕੀਮ ਦੀ ਗੱਲ ਹੁੰਦੀ ਹੈ ਤੇ ਲੁਕਮਾਨ ਦੀ ਹੁੰਦੀ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਖੇਵਟ ਕਿੱਥੇ ਗਏ ਉਹ ਮਲਾ, ਕਿੱਥੇ ਗਏ ਆਗੂ, ਜਿਵੇਂ ਪੁੱਛਿਆ ਅਸਮਾਨ, ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਕਿ ਭਾਈ ਜੋ ਤੁਸੀਂ ਇੱਥੇ ਕੀਤਾ, ਬੋਡੀ ਤਾਂ ਤੁਹਾਡੀ ਗੌਰ ਕਬਰ ਦੇ ਵਿੱਚ ਪਈ, ਉਹਨੂੰ ਤਾਂ ਕੀੜੇ ਖਾ ਰਹੇ ਨੇ, ਪਰ ਤੁਸੀਂ ਹੁਣ ਰੱਬ ਦੀ ਦਰਗਾਹ ਦੇ ਵਿੱਚ ਉਲਾਮੇ ਜੀ ਸਹੇ, ਆਪਣੀਆਂ ਕਰਤੂਤਾਂ ਦੇ ਉਲਾਮੇ ਸਹਿ ਰਹੇ ਹੋ ਕਿ ਤੁਸੀਂ ਕੀ ਕੀਤਾ ਜਿਹੜਾ ਤੁਹਾਡੇ ਲਈ ਨਹੀਂ ਸੀ ਕਰਨਾ ਬਣਦਾ, ਤੇ ਜਿਹੜਾ ਤੁਹਾਡੇ ਲਈ ਇਨਸਾਨੀ ਜ਼ਿੰਦਗੀ ਦੇ ਵਿੱਚ ਕਰਨਾ ਬਣਦਾ ਸੀ ਉਹ ਤੁਸੀਂ ਨਹੀਂ ਕੀਤਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਏ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੀ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sosh@tv.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।